ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ 478ਵੇਂ ਇਸ ਵਚਨ ਦੇ ਅਧਿਐਨ ਦੇ ਭਾਗ ਦੇ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰਭੂ ਦੇ ਵਚਨ ਨੂੰ ਸਿੱਖੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਸਾਡੇ ਉੱਤੇ ਆਪਣੀ ਭਲਾਈ ਨੂੰ ਪ੍ਰਗਟ ਕਰਦਾ ਹੈ। ਉਸ ਦੇ ਲਈ ਮੈਂ ਆਪ ਦਾ ਧੰਨਵਾਦ ਕਰਦਾ ਹਾਂ। ਅੱਜ ਜਦੋਂ ਅਸੀਂ ਤੇਰੇ ਵਚਨ ਨੂੰ ਸਿੱਖਣ ਜਾ ਰਹੇ ਹਾਂ ਤਾਂ ਪਰਮੇਸ਼ਰ ਪਿਤਾ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਆਪਣੀ ਆਤਮਾ ਦੇ ਨਾਲ, ਆਪਣੀ ਸਮਝ ਦੇ ਨਾਲ ਭਰ, ਤਾਂ ਕਿ ਅਸੀਂ ਤੇਰੇ ਵਚਨ ਨੂੰ ਸਿੱਖਦੇ ਹੋਏ ਤੇਰੇ ਰਾਜ ਵਿੱਚ ਵੱਧ ਸਕੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਔਰ ਸੁਣਨ ਵਾਲਿਆਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਹੈ ਰਸੂਲਾਂ ਦੇ ਕਰਤੱਵ 17 ਅਧਿਆਏ ਉਸ ਦੀ 11 ਆਇਤ ਦੇ ਵਿੱਚੋਂ ਲਿਆ ਹੈ। ਔਰ ਇਸ ਦਾ ਜੋ ਸਬਜੈਕਟ ਹੈ, ਵਿਸ਼ਾ ਹੈ, ਉਹ ਹੈ ਗਲਤ ਸਿੱਖਿਆ ਦੀ ਪਛਾਣ ਕਰਨੀ। ਗਲਤ ਸਿੱਖਿਆ ਦੀ ਪਛਾਣ ਕਰਨੀ। ਔਰ ਇੱਥੇ ਲਿਖਿਆ ਹੋਇਆ ਹੈ, ਇੱਥੇ ਦੇ ਲੋਕ ਥੈਸਲੋਨਿਕ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ, ਇਸ ਲਈ ਜੋ ਇਹਨਾਂ ਦੇ ਦਿਲ ਦੀ ਵੱਡੀ ਚਾਹ ਦੇ ਨਾਲ ਵਚਨ ਨੂੰ ਮੰਨ ਲਿਆ ਅਤੇ ਰੋਜ਼ ਲਿਖਤਾਂ ਵਿੱਚ ਭਾਲ ਕਰਦੇ ਰਹੇ। ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ? ਸਾਡੇ ਵਿੱਚੋਂ ਮੈਂ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਵੇਖਿਆ ਹੈ ਕਿ ਉਹਨਾਂ ਦੇ ਜੀਵਨ ਦੇ ਉੱਤੇ ਪ੍ਰਤੱਖ ਹੋ ਜਾਂਦਾ ਹੈ ਕਿ ਉਹ ਜੋ ਵਚਨ ਦਿੱਤਾ ਜਾਂਦਾ ਹੈ ਉਸ ਦੀ ਖੋਜ ਨਹੀਂ ਕਰਦੇ, ਭਾਵੇਂ ਕਿਤੇ ਵੀ ਹੈ। ਮੈਂ ਹਜੇ ਵੀ ਜਿੱਥੇ ਕਿਤੇ ਵੀ ਜਾਣਾ ਹਾਂ, ਜਿਹੜੀਆਂ ਵੀ ਸਭਾਵਾਂ ਹੁੰਦੀਆਂ ਹੈ ਜਾਂ ਮੈਂ ਵਚਨ ਸੁਣਦਾ, ਉਹਦੀ ਮੈਂ ਖੋਜ ਕਰਦਾ ਕਿ ਉਹ ਇਸੇ ਤਰ੍ਹਾਂ ਹੈਗਾ ਜਾਂ ਨਹੀਂ, ਚਾਹੇ ਉਹ ਸਾਡੇ ਆਪਣੇ ਹੀ ਲੋਕ ਕਿਉਂ ਨਾ ਹੋਣ। ਕਿਉਂਕਿ ਗਲਤ ਸਿੱਖਿਆ ਦਾ ਇੱਕ ਵੀ ਪੜਾਵ ਸਾਡੀ ਜਿਉਂਦੀ ਆਸ ਤੋਂ ਸਾਨੂੰ ਦੂਰ ਕਰ ਦੇਵੇਗਾ। ਇਸ ਲਈ ਜ਼ਰੂਰੀ ਹੈ ਕਿ ਇਸ ਵਰਤਮਾਨ ਯੁੱਗ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਉੱਠ ਖੜੇ ਹਨ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਨਿਕਲੇ ਹਨ, ਪਰ ਕੀ ਉਹ ਸੱਚ ਹੈ ਜਾਂ ਨਹੀਂ, ਸਾਡੇ ਲੋਕ ਨਹੀਂ ਸਮਝਦੇ। ਸਾਡੀ ਜਿਹੜੀ ਇੱਥੇ ਦੀ ਲੋਕਾਂ ਦੀ ਅਵਸਥਾ ਹੈ ਜਾਂ ਸਾਡੇ ਵਿਸ਼ਵਾਸੀਆਂ ਦੀ ਅਵਸਥਾ, ਉਹ ਭੋਲੇ ਭਾਲੇ ਵਿਸ਼ਵਾਸੀ ਆਸਥਾ ਦੇ ਵਿੱਚ ਫਸ ਕੇ ਆਪਣੇ ਜੀਵਨ ਦੇ ਵਿੱਚ ਮਸੀਹ ਦਾ ਬਦਨੁਮਾ ਨਾਮ ਆਪਣੇ ਜੀਵਨ ਵਿੱਚ ਲੈ ਕੇ ਤੁਰ ਪੈਂਦੇ ਹਨ। ਉਹਨਾਂ ਨੂੰ ਅਸਲੀ ਮਸੀਹਤ ਦੀ, ਅਸਲੀ ਪ੍ਰਭੂ ਦੀ ਪਛਾਣ ਨਹੀਂ ਹੈ। ਬਾਈਬਲ ਦੇ ਵਿੱਚ ਇਹ ਜਿਹੜੇ ਲੋਕ ਹੈ ਜਿਨ੍ਹਾਂ ਦੇ ਵਿੱਚ ਪੌਲਸ ਰਸੂਲ ਕੰਮ ਕਰਦਾ ਸੀ, ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦਿੰਦਾ ਸੀ, ਉਹਨਾਂ ਨੂੰ ਇਹ ਵੀ ਦੱਸਦਾ ਸੀ ਕਿ ਤੁਸੀਂ ਝੂਠੇ ਸਿੱਖਿਅਕ ਤੋਂ, ਝੂਠੇ ਲੋਕਾਂ ਤੋਂ, ਝੂਠੀ ਜੋ ਸਿਧਾਂਤਿਕ ਗੱਲਾਂ ਹੈ ਉਹਨਾਂ ਤੋਂ ਬਚ ਕੇ ਰਹਿਣਾ ਹੈ। ਅੱਜ ਕੱਲ੍ਹ ਲੋਕ ਵਚਨ ਦੀ ਖੋਜ ਨਹੀਂ ਕਰਦੇ, ਉਹ ਕਹਿੰਦੇ ਸਾਡਾ ਪ੍ਰਚਾਰਕ, ਸਾਡਾ ਪ੍ਰਚਾਰਕ, ਸਾਡਾ ਪ੍ਰਚਾਰਕ, ਸਾਡਾ ਪ੍ਰਚਾਰਕ। ਪ੍ਰਚਾਰਕ ਦੇ ਮਗਰ ਚੱਲਣ ਤੋਂ ਪਹਿਲਾਂ ਜੋ ਮੇਰੀ ਆਤਮਿਕ ਸੁਰੱਖਿਆ ਦੇ ਲਈ ਪ੍ਰਭੂ ਨੇ ਵਚਨ ਦਿੱਤਾ ਹੈ, ਪਹਿਲਾਂ ਉਹਦੀ ਖੋਜ ਤਾਂ ਕਰੋ। ਇੱਥੋਂ ਤੱਕ ਕਿ ਮੈਂ ਕਲੀਸਿਆ ਦੇ ਵਿੱਚ ਅੱਜ ਕੱਲ੍ਹ ਜਿਹੜੀਆਂ ਕਲੀਸਿਆਵਾਂ ਬਣੀਆਂ ਆ ਜਾਂ ਨਿਯੁਕਤ ਹੋਈਆਂ ਆ, ਉਹਨਾਂ ਦੇ ਜਿਹੜੇ ਐਲਡਰਸ ਨੇ, ਉਹਨਾਂ ਦੇ ਜਿਹੜੇ ਕਈ ਆਪਣਾ ਮੈਚੋਰ ਲੋਕ ਨੇ, ਉਹਨਾਂ ਨੂੰ ਵੀ ਮੈਂ ਵਚਨ ਦਾ ਅਧਿਐਨ ਕਰਦੇ ਨਹੀਂ ਵੇਖਦਾ। ਕਾਰਨ ਉਹਨਾਂ ਦਾ ਧਿਆਨ ਸੰਸਾਰਿਕ ਗੱਲਾਂ ਦੇ ਵਿੱਚ ਜਾ ਚੁੱਕਾ ਹੈ। ਜਦੋਂ ਅਸੀਂ ਸੰਸਾਰਿਕ ਗੱਲਾਂ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਵਚਨ ਦੀ ਖੋਜ ਨਹੀਂ ਕਰਦੇ ਹਾਂ। ਜਿਵੇਂ ਇੱਥੇ ਵੀਰਿਆ ਦੇ ਲੋਕਾਂ ਨੇ ਦਿਲ ਦੀ ਵੱਡੀ ਚਾਹ ਦੇ ਨਾਲ ਵਚਨ ਨੂੰ ਮੰਨ ਲਿਆ ਅਤੇ ਲਿਖਿਆ ਹੈ, ਬੜੀ ਵੱਡੀ ਅਤੇ ਗੰਭੀਰ ਗੱਲ ਲਿਖਿਆ ਹੈ, ਰੋਜ਼ ਲਿਖਤਾਂ ਵਿੱਚੋਂ ਭਾਲ ਕਰਦੇ ਰਹੇ, ਭਾਈ ਇਹ ਗੱਲਾਂ ਇਸੇ ਤਰ੍ਹਾਂ ਹਨ ਜਾਂ ਨਹੀਂ।
ਜੋ ਤੁਹਾਨੂੰ ਪਾਸਵਾਨ ਸਿਖਾ ਰਿਹਾ ਹੈ, ਜੋ ਪਾਸਵਾਨ ਤੁਹਾਡੇ ਲਈ ਪ੍ਰਚਾਰ ਕਰ ਰਿਹਾ, ਉਹਨੂੰ ਜਾ ਕੇ ਦੇਖੋ ਤਾਂ ਸਹੀ, ਉਹ ਉਸੇ ਤਰ੍ਹਾਂ ਹੈਗਾ ਵੀ ਹੈ ਜਾਂ ਨਹੀਂ। ਉਹ ਜੋ ਮਨ ਦੇ ਵਿੱਚ ਆ ਰਿਹਾ ਬੋਲ ਰਿਹਾ, ਹਾਂ ਉਹਨੂੰ ਅਸੀਂ ਸਵੀਕਾਰ ਕਰ ਰਹੇ ਹਾਂ, ਗਲਤ ਗੱਲ ਹੈ। ਜਦੋਂ ਪ੍ਰਚਾਰ ਸ਼ੁਰੂ ਹੁੰਦਾ ਹੈ ਤਾਂ ਬਾਈਬਲ ਲੈ ਕੇ ਬੈਠੋ। ਪਹਿਲੀ ਗੱਲ ਤਾਂ ਮੈਂ ਕਈ ਜਗ੍ਹਾ ਦੇ ਉੱਤੇ ਦੇਖਦਾ ਪਾਸਵਾਨ ਦੇ ਹੱਥ ਦੇ ਵਿੱਚ, ਕਈਆਂ ਦੇ ਹੱਥ 'ਚ ਬਾਈਬਲ ਨਹੀਂ ਹੁੰਦੀ ਹੈ। ਇਹਦਾ ਮਤਲਬ ਜੇ ਬਾਈਬਲ ਨਹੀਂ ਹੈ ਤਾਂ ਉਹਦੇ ਕੋਲ ਸਹੀ ਸਬੂਤ ਦੇਣ ਦਾ ਕੋਈ ਜ਼ਰੀਆ ਵੀ ਹੈ ਨਹੀਂ, ਕਿਉਂਕਿ ਇਸ ਦੁਨੀਆ ਦੇ ਵਿੱਚ ਪਰਮੇਸ਼ਵਰ ਨੂੰ ਸਿੱਧ ਕਰਨ ਦੇ ਲਈ ਮੈਂ ਮਸੀਹੀ ਹਾਂ, ਉਹ ਬਾਈਬਲ ਹੀ ਮੇਰੇ ਲਈ ਇੱਕ ਸਬੂਤ ਹੈ ਇਸ ਦੁਨੀਆ ਦੇ ਵਿੱਚ। ਦੂਸਰੀ ਗੱਲ ਮੈਂ ਦੇਖਦਾ ਹਾਂ ਕਿ ਉਹ ਜਦੋਂ ਪ੍ਰਚਾਰ ਕਰਦੇ ਆ ਤਾਂ ਉਹਨਾਂ ਦਾ ਆਈ ਕੰਟੈਕਟ, ਉਹ ਐ ਕਰਕੇ ਬਹਿ ਜਾਂਦੇ, ਐ ਕਰਕੇ ਕਰਦੇ। ਸਿੱਧਾ ਪ੍ਰਭੂ ਯਿਸੂ ਮਸੀਹ ਜਦੋਂ ਪ੍ਰਚਾਰ ਕਰਦਾ ਸੀ, ਪੌਲਸ ਜਦੋਂ ਪ੍ਰਚਾਰ ਕਰਦਾ ਸੀ, ਪਤਰਸ ਜਦੋਂ ਪ੍ਰਚਾਰ ਕਰਦਾ ਸੀ, ਉਹਨਾਂ ਦਾ ਸਿੱਧਾ ਪਬਲਿਕ ਦੇ ਉੱਤੇ ਜਾਂ ਜਿਹੜੇ ਲੋਕ ਆਪਣਾ ਸੁਣ ਰਹੇ ਉਹਨਾਂ ਦੇ ਉੱਤੇ ਸਿੱਧਾ ਆਈ ਕੰਟੈਕਟ ਹੁੰਦਾ ਸੀ, ਮਤਲਬ ਅੱਖਾਂ ਦਾ ਮਿਲਾਨ ਹੁੰਦਾ ਸੀ। ਉਹ ਇਹ ਚੀਜ਼ ਦੱਸ ਦਿੰਦੀਆਂ ਸੀ ਕਿ ਇਹ ਸੱਚ ਹੈ, ਔਰ ਜਿਸ ਬੰਦੇ ਦੇ ਕੋਲ ਇਹ ਬਚਨ ਜਾ ਰਿਹਾ ਹੈ ਉਹਨੂੰ ਅੰਦਰ ਲੱਗ ਰਿਹਾ ਹੈ, ਉਹ ਆਪਣੇ ਆਪ ਦੇ ਵਿੱਚ ਗਿਲਟੀ ਮਹਿਸੂਸ ਕਰਦਾ ਹੈ ਤਾਂ ਪਛਤਾਪ ਕਰਦਾ ਹੈ ਅਤੇ ਉਹਦਾ ਮਨ ਬਦਲਦਾ ਹੈ। ਪਿਆਰੋ, ਪਹਿਲੀ ਗੱਲ ਖੋਜ ਜਿਹੜੀ ਹੈ ਅਸੀਂ ਕਰਨੀ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ। ਮੈਂ ਇੱਕ ਵਚਨ ਪੜ੍ਹਨ ਜਾ ਰਿਹਾ ਹਾਂ, ਮੈਂ ਵਾਰੀ-ਵਾਰੀ ਆਪ ਨੂੰ ਦੱਸਾਂਗਾ। ਪਹਿਲੀ ਗੱਲ ਹੈ ਖੋਜ ਕਰਨੀ। ਕੱਲ ਮੈਂ ਆਪ ਨੂੰ ਖੋਜ ਦਾ ਇੱਕ ਪਾਤਰ ਦੱਸਿਆ ਸੀ, ਪਿਛਲੇ ਕੱਲ ਉਹ ਦੱਸਿਆ ਸੀਗਾ ਐਜ਼ਰਾ ਨਬੀ। ਐਜ਼ਰਾ ਨੇ ਪਰਮੇਸ਼ਰ ਦੇ ਵਚਨ ਦੇ ਉੱਤੇ ਮਨ ਲਾਇਆ ਅਤੇ ਉਸ ਦੇ ਅਨੁਸਾਰ ਚੱਲਣ ਦੇ ਉੱਤੇ ਅਤੇ ਲੋਕਾਂ ਨੂੰ ਪਰਮੇਸ਼ਰ ਦੀਆਂ ਵਿਧੀਆਂ ਅਤੇ ਉਸ ਦੇ ਨਿਯਮਾਂ ਦੇ ਉੱਤੇ ਸਿਖਾਉਣ ਉੱਤੇ ਮਨ ਲਾਇਆ। ਇਹਦਾ ਮਤਲਬ ਪਹਿਲਾਂ ਐਜ਼ਰਾ ਆਪ ਸਿੱਖਦਾ ਸੀ, ਆਪ ਖੋਜ ਕਰਦਾ ਸੀ, ਫਿਰ ਉਹਦੇ ਅਨੁਸਾਰ ਚੱਲ ਕੇ ਦੂਸਰਿਆਂ ਨੂੰ ਦੱਸਦਾ ਸੀਗਾ। ਇਸ ਦੇ ਨਾਲ ਮੈਂ ਇੱਕ ਯਸ਼ਾਇਆ ਨਬੀ ਦੀ ਪੁਸਤਕ, ਉਸ ਦਾ ਇੱਕ ਅਧਿਆਇ, ਯਸ਼ਾਇਆ ਨਬੀ ਦੀ ਪੁਸਤਕ, ਉਸ ਦਾ ਮੈਂ ਆਪ ਦੇ ਲਈ 34 ਦਾ 16 ਪੜ੍ਹ ਰਿਹਾ ਹਾਂ। 34 ਦਾ 16 ਇਸ ਵਿੱਚ ਜੋ ਪਰਮੇਸ਼ਰ ਦੇ ਵਚਨ ਦਾ ਖੁਲਾਸਾ ਕੀਤਾ ਗਿਆ ਹੈ ਉਹ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ 34 ਦੇ ਇਸ ਖੰਡ ਦੇ ਵਿੱਚ, 34 ਦਾ 16 ਇਸ ਜਗ੍ਹਾ ਤੇ ਲਿਖਿਆ, ਯਹੋਵਾ ਦੀ ਪੁਸਤਕ ਵਿੱਚ ਭਾਲ ਕੇ ਪੜੋ। ਦੇਖੋ, ਨਬੀ ਵੀ ਆਪਣਾ ਇਸ ਗੱਲ ਨੂੰ ਹਰ ਇੱਕ ਵਿਸ਼ਵਾਸੀ ਨੂੰ, ਹਰ ਇੱਕ ਪ੍ਰਚਾਰਕ ਨੂੰ, ਹਰ ਇੱਕ ਐਲਡਰ ਨੂੰ, ਹਰ ਇੱਕ ਪਰਸਨ ਨੂੰ ਜੋ ਪਰਮੇਸ਼ਰ ਦਾ ਭੈ ਮੰਨਦਾ ਹੈ ਉਹਨੂੰ ਕਹਿੰਦਾ ਖੋਜ ਕਰਕੇ ਪੜੋ। ਐ ਨਹੀਂ ਕਿ ਜੋ ਲਿਖਿਆ ਉਹੀ ਅਸੀਂ ਕਰ ਲਿਆ, ਜੋ ਸੁਣਿਆ ਉਹੀ ਕਰ ਲਿਆ, ਕਿਉਂਕਿ ਇਸ ਯੁੱਗ ਦਾ ਈਸ਼ਵਰ ਵੀ ਸਾਡੇ ਪਿੱਛੇ ਖੜਾ ਹੈ, ਜਿਹੜਾ ਸਾਨੂੰ ਗਲਤ ਸਿੱਖਿਆ ਦੇ ਕੇ ਸਾਡੇ ਉਸ ਮੀਨਾਰ ਦੇ ਕੋਲ, ਉਸ ਗੜ ਦੇ ਕੋਲ ਲਿਜਾਣ ਤੋਂ ਸਾਨੂੰ ਭਟਕਾ ਸਕਦਾ ਹੈ। ਇਸ ਲਈ ਇੱਥੇ ਲਿਖਿਆ, ਕਹਿੰਦਾ ਹੈ ਯਹੋਵਾ ਦੀ ਪੁਸਤਕ ਵਿੱਚ ਭਾਲ ਕੇ ਪੜੋ, ਇਹਨਾਂ ਵਿੱਚੋਂ ਇੱਕ ਇੱਕ ਗੱਲ, ਕਹਿੰਦਾ ਇਹਨਾਂ ਵਿੱਚੋਂ ਇੱਕ ਵੀ ਘੱਟ ਨਾ ਹੋਵੇ, ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇ, ਕਿਉਂ ਜੋ ਮੈਂ ਹੀ ਮੂੰਹ ਦੇ ਵਿੱਚ ਹੁਕਮ ਦਿੱਤਾ ਹੈ ਅਤੇ ਉਸੇ ਦੇ ਆਤਮਾ ਨੇ ਉਹਨਾਂ ਨੂੰ ਇਕੱਠਾ ਕੀਤਾ ਹੈ। ਪਰਮੇਸ਼ਵਰ ਦਾ ਦਾਸ ਯਸ਼ਾਇਆ ਕਹਿੰਦਾ ਹੈ ਭਾਲ। ਕਿਉਂ ਭਾਲਣ ਦੀ ਗੱਲ ਕਰ ਰਿਹਾ ਹੈ? ਇਹ ਕਿੱਥੇ ਗੱਲ ਕਰ ਰਿਹਾ? ਇਸਰਾਏਲੀਆਂ ਨੂੰ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਆ ਮਿਲੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਪਰਮੇਸ਼ਵਰ ਦੀ ਭਗਤੀ ਤੋਂ ਭਟਕਾ ਦਿੱਤਾ ਸੀ। ਇਸ ਕਰਕੇ ਇਸਰਾਏਲ ਰਾਜ ਦੇ ਵਿੱਚ ਵੱਖ-ਵੱਖ ਨਬੀਆਂ ਨੇ, ਵੱਖ-ਵੱਖ ਪਰਮੇਸ਼ਵਰ ਦੇ ਚੁਣੇ ਹੋਇਆਂ ਨੇ ਉਹਨਾਂ ਨੂੰ ਸੰਦੇਸ਼ ਦਿੱਤਾ, ਪਰ ਉਹਨਾਂ ਨੇ ਸੁਣਿਆ ਨਹੀਂ। ਉਹ 70 ਸਾਲ ਦੀ ਗੁਲਾਮੀ ਵਿੱਚ ਚਲੇ ਗਏ। ਕਾਰਨ, ਨਾ ਤਾਂ ਉਹ ਨਬੀਆਂ ਦੀ ਸੁਣਦੇ ਸੀ, ਨਾ ਉਹਦੀ ਭਾਲ ਕਰਦੇ ਸੀ ਕਿ ਪਰਮੇਸ਼ਵਰ ਨੇ ਜੋ ਵਚਨ ਦਿੱਤਾ ਹੈ ਉਹ ਮੈਨੂੰ ਕਾਹਦੇ ਲਈ ਦਿੱਤਾ ਹੈ, ਕਿਉਂ ਦਿੱਤਾ ਹੈ। ਪਰਮੇਸ਼ਵਰ ਦਾ ਦੇਸ਼ ਜਿਹੜਾ ਸੇਵਕ ਹੈ ਉਹ ਜੋ ਸਬਜੈਕਟ ਦੇ ਉੱਤੇ ਪ੍ਰਚਾਰ ਕਰ ਰਿਹਾ ਹੈ ਕਿ ਉਹ ਮੇਰੇ ਲਈ ਕੀ ਉਦੇਸ਼ ਦੇ ਰਿਹਾ ਹੈ,
ਅਸੀਂ ਇਹ ਸਮਝਦੇ ਨਹੀਂ, ਅਸੀਂ ਉਹਦੀ ਭਾਲ ਨਹੀਂ ਕਰਦੇ, ਅਸੀਂ ਉਹਦੀ ਖੋਜ ਨਹੀਂ ਕਰਦੇ, ਬਲਕਿ ਆਪਣੀ ਖੋਜ ਵਿੱਚ ਅਸੀਂ ਲੱਗ ਜਾਂਦੇ ਹਾਂ। ਔਰ ਇਸ ਦੇ ਨਾਲ ਮੈਂ ਆਪ ਦੇ ਨਾਲ ਲੂਕਾ ਰਚਿਤ ਸੁਸਮਾਚਾਰ ਉਸ ਦਾ 16 ਅਧਿਆਇ ਉਸ ਦੀ 29 ਆਇਤ ਵੀ ਆਪ ਦੇ ਨਾਲ ਪੜ੍ਹਨਾ ਚਾਹੁੰਦਾ ਹਾਂ। ਲੂਕਾ ਰਚਿਤ ਸੁਸਮਾਚਾਰ ਉਸ ਦਾ 16 ਅਧਿਆਇ ਉਸ ਦੀ 29 ਆਇਤ। ਇੱਥੇ ਲਿਖਿਆ ਹੈ 16 ਦੇ 29 ਦੇ ਵਿੱਚ ਕਹਿੰਦਾ ਹੈ, ਪਰ ਅਬਰਾਹਮ ਨੇ ਆਖਿਆ ਕਿ ਉਹਨਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹਨਾਂ ਦੀ ਸੁਣਨ। ਦੇਖੋ ਉੱਥੇ ਜਦੋਂ ਇੱਥੇ ਅਸੀਂ ਦੇਖ ਰਹੇ ਹਾਂ ਕਿ ਧਨੀ ਵੀ ਮਰ ਗਿਆ ਤੇ ਲਾਜ਼ਰ ਵੀ ਮਰ ਗਿਆ, ਦੋਨੇ ਇੱਕ ਆਪਣਾ ਨਰਕ ਦੇ ਵਿੱਚ ਪਹੁੰਚਿਆ ਹੈ, ਇੱਕ ਅਬਰਾਹਮ ਪਿਤਾ ਦੀ ਗੋਦ ਵਿੱਚ ਪਹੁੰਚਿਆ ਹੋਇਆ ਹੈ, ਔਰ ਉਹਨਾਂ ਦੇ ਵਿੱਚ ਵਾਰਤਾਲਾਪ ਹੋ ਰਿਹਾ ਹੈ। ਤਦ ਜਦੋਂ ਵਾਰਤਾਲਾਪ ਹੋ ਰਿਹਾ ਹੈ ਤਦ ਅਬਰਾਹਮ ਉਹਨੂੰ ਇਹ ਗੱਲ ਕਹਿ ਰਿਹਾ ਹੈ ਕਿ ਉਹਨਾਂ ਦੇ ਕੋਲ ਮੂਸਾ ਅਤੇ ਨਬੀਆਂ ਦੀ ਲਿਖਤ ਹੈ, ਉਹਨੂੰ ਪੜ੍ਹਨ, ਉਹਦੀ ਖੋਜ ਕਰਨ ਤਾਂ ਬਚ ਸਕਦੇ ਆ। ਅਸੀਂ ਖੋਜ ਕਰ ਰਹੇ ਹਾਂ, ਪੜ੍ਹ ਰਹੇ ਹਾਂ, ਨਹੀਂ ਪੜ੍ਹ ਰਹੇ ਹਾਂ, ਪਰ ਮੈਂ ਸਮਝਦਾ ਹਾਂ ਕਿ ਬੀਰੀਆ ਵਿੱਚ ਉਹਨਾਂ ਦਾ ਕੰਮ ਉਹਨਾਂ ਸਭਨਾਂ ਦੇ ਲਈ ਇੱਕ ਨਮੂਨਾ ਹੈ ਜਿਹੜੇ ਬਾਈਬਲ ਪ੍ਰਚਾਰਕਾਂ ਅਤੇ ਉਪਦੇਸ਼ਕਾਂ ਦੀ ਸੁਣਦੇ ਹਨ। ਸਾਨੂੰ ਆਪਣੇ ਆਪ ਹੀ ਕਿਸੇ ਦੇ ਵੀ ਅਨੁਵਾਦ ਜਾਂ ਸਿੱਖਿਆ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਹੈ। ਹਾਂ ਜੀ, ਆਪ ਬਹੁਤ ਵਧੀਆ ਦੇਖ ਲਓ, ਪਹਿਲਾਂ ਉਹਨੂੰ ਪੜ੍ਹੋ, ਦੇਖੋ ਉਹਦੇ 'ਚ ਉਹਦਾ ਉਦੇਸ਼ ਕੀ ਹੈ। ਉਹ ਪਰਮੇਸ਼ਰ ਦੇ ਅਤੇ ਪਰਮੇਸ਼ਰ ਪੁੱਤਰ ਦੇ ਅਤੇ ਪਰਮੇਸ਼ਰ ਆਤਮਾ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਗੱਲ ਕਰ ਰਿਹਾ ਹੈ। ਅਸੀਂ ਹਾਂ ਜੀ, ਇਹ ਬਹੁਤ ਵਧੀਆ, ਘੱਟੋ ਘੱਟ ਖੋਜ ਤਾਂ ਕਰੋ, ਉਹਦੀ ਪੜ੍ਹੋ ਤਾਂ ਸਹੀ। ਔਰ ਦੂਸਰੀ ਗੱਲ ਮੈਂ ਇਹਦੇ ਵਿੱਚ ਇਹ ਦੇਖਦਾ, ਉਹਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਹੈ। ਦੂਸਰਾ, ਪਰ ਇਸ ਦੀ ਬਜਾਏ ਸਾਨੂੰ ਇਹ ਵੇਖਣ ਦੇ ਲਈ ਕਿ ਕਿਵੇਂ ਲੋਕਾਂ ਦੇ ਵਿਚਾਰ, ਸਿੱਖਿਆ ਤੇ ਸੱਚਾਈ ਦੇ ਨਾਲ ਮੇਲ ਖਾਂਦੀਆਂ ਖੁਦ ਪਰਮੇਸ਼ਰ ਦੇ ਵਚਨ ਦਾ ਸਾਵਧਾਨੀ ਨਾਲ ਅਧਿਐਨ ਅਤੇ ਜਾਂਚ ਕਰਨੀ ਚਾਹੀਦੀ ਹੈ। ਜੇ ਆਪਣਾ ਉਪਦੇਸ਼ਕ ਉੱਥੇ ਪ੍ਰਚਾਰ ਕਰ ਰਿਹਾ, ਕਈ ਸਾਡੇ ਲੋਕ ਜਦੋਂ ਕਹਿੰਦੇ ਆ ਜੀ ਅਸੀਂ ਭਾਜੀ ਆਪਣਾ ਫਲਾਨੀ ਜਗ੍ਹਾ ਤੇ, ਮੈਂ ਕਹਿੰਦਾ ਜਾਓ, ਪਰ ਉਸ ਵਚਨ ਨੂੰ ਸੁਣੋ, ਉਸ ਵਚਨ ਦਾ ਤਾਤਪਰਯ ਕੀ ਹੈ, ਉਸ ਵਚਨ ਦਾ ਉਦੇਸ਼ ਕੀ ਹੈ, ਉਸ ਵਚਨ ਦੇ ਵਿੱਚ ਤੁਹਾਨੂੰ ਕਰਨ ਨੂੰ ਕੀ ਕਹਿ ਰਿਹਾ ਹੈ, ਕਿ ਉਸ ਵਚਨ ਦੇ ਵਿੱਚ ਪਰਮੇਸ਼ਰ ਪੁੱਤਰ ਦਾ ਕਰੂਸੀਫਿਕੇਸ਼ਨ ਹੈ ਜਾਂ ਨਹੀਂ। ਜੇ ਉਹ ਇਹ ਕੰਮ ਨਹੀਂ ਕਰ ਰਿਹਾ ਹੈ ਤਾਂ ਉਹ ਆਪਣੀ ਹੀ ਹੱਕ ਰਿਹਾ ਹੈ ਤੇ ਆਪਣੇ ਸਰੀਰ, ਜਿਹਦੇ ਬਾਰੇ ਪੌਲਸ ਤਿਮੋਥੀਅਸ ਦੇ ਵਿੱਚ ਕਹਿ ਰਿਹਾ ਕਿ ਉਹ ਢਿੱਡ ਦੀ ਸੇਵਾ ਕਰ ਰਹੇ, ਉਹ ਪਰਮੇਸ਼ਰ ਦੀ ਸੇਵਾ ਨਹੀਂ ਕਰ ਰਹੇ। ਉਹ ਪ੍ਰਭੂ ਯਿਸੂ ਮਸੀਹ ਦੇ ਖੋਜੀ ਨਹੀਂ ਹੈ, ਉਹ ਪਰਮੇਸ਼ਰ ਦੇ ਵਚਨ ਦੇ ਖੋਜੀ ਨਹੀਂ ਹੈ, ਉਹ ਪਰਮੇਸ਼ਰ ਦੀਆਂ ਯੋਜਨਾਵਾਂ ਦੇ ਖੋਜੀ ਨਹੀਂ ਹੈ, ਉਹ ਪਰਮੇਸ਼ਰ ਦੇ ਵਚਨ ਦੀ ਕਾਲ ਬੁਲਾਹਟ ਦੇ ਪ੍ਰਤੀ ਖੋਜੀ ਨਹੀਂ ਹੈ। ਉਹ ਸੰਸਾਰ ਅਤੇ ਸੰਸਾਰ ਦੀਆਂ ਗੱਲਾਂ ਅਤੇ ਆਪਣੇ ਢਿੱਡ ਦੇ ਖੋਜੀ ਹੈ ਕਿ ਕਿੱਦਾਂ ਅਸੀਂ ਇਸ ਨੂੰ ਭਰ ਕੇ ਰੱਖੀਏ। ਇਸ ਲਈ ਸਾਵਧਾਨ, ਅਜਿਹੇ ਲੋਕਾਂ ਦੇ ਪ੍ਰਚਾਰ ਤੋਂ, ਅਜਿਹੇ ਲੋਕਾਂ ਦੀਆਂ ਗੱਲਾਂ ਤੋਂ ਸਾਨੂੰ ਸਾਵਧਾਨ ਕਰਨਾ ਚਾਹੀਦਾ ਹੈ। ਅਨੁਵਾਦ ਕੀਤਾ ਗਿਆ ਸ਼ਬਦ, ਉਹਦੀ ਅਸੀਂ ਭਾਲ ਕਰਨੀ ਹੈ ਕਿ ਉਹ ਕਿੱਥੋਂ ਕੀਤਾ ਗਿਆ ਹੈ। ਅੱਗੇ ਪਿੱਛੇ ਸੂਖਮ ਨਿਰਖਣ, ਮਤਲਬ ਕਿ ਉਹਦੀ ਖੋਜ ਕਰਨੀ ਹੈ। ਮਤਲਬ ਕਿ ਜਦੋਂ ਮੈਂ ਬਾਈਬਲ ਅਧਿਐਨ ਦੇ ਬਾਰੇ ਦੱਸਦਾ ਹਾਂ ਕਿ ਤੁਸੀਂ ਕਿਸ ਤਰੀਕੇ ਨਾਲ ਅਧਿਐਨ ਕਰਨਾ ਹੈ, ਉਹ ਵੀ ਮੈਂ ਸਿਖਾਉਂਦਾ। ਮੈਂ ਆਉਣ ਵਾਲੇ ਆਪਣਾ ਖੰਡਾਂ ਦੇ ਵਿੱਚ ਆਪ ਨੂੰ ਦੱਸਾਂਗਾ ਕਿ ਬਚਨ ਦਾ ਅਧਿਐਨ ਵੀ ਕਿੱਦਾਂ ਕਰਨਾ ਹੈ, ਕਿੱਦਾਂ ਅਸੀਂ ਉਸ ਦੀ ਭਾਲ ਕਰਨੀ ਆ। ਉਹ ਮੇਰੇ ਅਗਲੇ ਆਪਣਾ ਆਉਣ ਵਾਲੇ ਕੰਮ ਦੇ ਵਿੱਚ ਹੋਣਾ ਹੈ। ਅਤੇ ਸਾਵਧਾਨੀ ਦੇ ਨਾਲ ਯਥਾਰਥ ਖੋਜ ਕਰਨੀ ਹੈ। ਬਾਈਬਲ ਪ੍ਰਚਾਰ ਸੁਣਨ ਵਾਲਿਆਂ ਨੂੰ, ਬਾਈਬਲ ਵਿਦਿਆਰਥੀ ਬਣਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਬੜੇ ਹੀ ਧਿਆਨ ਦੇ ਨਾਲ ਅਸੀਂ ਉਸ ਦੀ ਖੋਜ ਕਰਕੇ ਉਸ ਦਾ ਉਪਦੇਸ਼ ਦਈਏ, ਤਾਂ ਕਿ ਜੋ ਕਲੀਸਿਆ ਦੇ ਵਿੱਚ ਲੋਕ ਹੈ, ਤਾਂ ਕਿ ਜਿਹੜੇ ਆਪਣਾ ਸਿੱਖਣ ਵਾਲੇ ਵਿਦਿਆਰਥੀ ਹੈ, ਉਹ ਸਹੀ ਅਤੇ ਸੁਨਿਸ਼ਚਿਤ ਵਚਨ ਦੀ ਨੀਂਹ ਤੋਂ ਤਿਆਰ ਹੋ ਕੇ ਖੜੇ ਹੋ ਸਕਣ।
ਔਰ ਇਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਜੀਵਨ ਦੇ ਵਿੱਚ ਹੈ ਪਰਮੇਸ਼ਰ ਦੇ ਵਚਨ ਦੀ ਖੋਜ ਕਰਨੀ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੀ ਖੋਜ ਕਰਦੇ ਹਾਂ ਤਾਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਅਸੀਂ ਤਿਮੋਥੀਅਸ ਦੀ ਪਹਿਲੀ ਪੱਤਰੀ ਉਸ ਦਾ 1 ਅਧਿਆਏ 3 ਤੋਂ 7 ਮੈਂ ਆਪ ਦੇ ਲਈ ਪੜ੍ਹਦਾ ਹਾਂ। ਤੁਸੀਂ ਇਸ ਨੂੰ ਆਪਣੇ ਖਾਲੀ ਸਮੇਂ ਦੇ ਵਿੱਚ ਪੜ੍ਹ ਸਕਦੇ ਆ। ਇੱਥੇ ਜੋ ਮੈਂ ਸ਼ਬਦ ਦਿੱਤਾ ਹੈ ਉਹ ਦਿੱਤਾ ਹੈ ਗਲਤ ਡਾਕਟਰਿਨ, ਗਲਤ ਸਿਧਾਂਤ ਤੋਂ ਬਚਣਾ। ਇੱਥੇ ਆਪਣਾ ਕੀ ਕਹਿ ਰਿਹਾ ਹੈ, ਜਿਵੇਂ ਮੈਂ ਮਕਦਾਨੀਆ ਜਾਂਦਿਆਂ ਤੁਹਾਨੂੰ ਤਕੀਦ ਕੀਤੀ ਸੀ ਭਾਈ ਤੂੰ ਅਫਸੋਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਭਾਈ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਭਰਾਵਾਂ ਹੋਰ ਤਰ੍ਹਾਂ ਦੀ ਸਿੱਖਿਆ ਨਾ ਦੇਣ ਔਰ ਕਹਾਣੀਆਂ ਅਤੇ ਬੇਉੜਕ ਅਤੇ ਕੁਲਪੱਤਰੀਆਂ ਉੱਤੇ ਚਿੱਤ ਨਾ ਲਾਉਣ, ਜਿਹੜੀਆਂ ਪਰਮੇਸ਼ਵਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਨੇਚਾ ਉੱਤੇ ਬਣਿਆ ਹੋਇਆ ਹੈ, ਪਰ ਸਵਾਲਾਂ ਨੂੰ ਤਰੱਕੀ ਨੂੰ ਦਿੰਦਾ ਰਹੀ। ਇਹਦਾ ਮਤਲਬ ਇੱਥੇ ਸਾਫ਼ ਰੀਤੀ ਨਾਲ ਦੱਸਦਾ ਸਿਧਾਂਤਿਕ ਗੱਲਾਂ ਦੇ ਉੱਤੇ, ਕਿਉਂਕਿ ਇੱਥੇ ਸਿਧਾਂਤਿਕ ਗੱਲਾਂ ਦੇ ਉੱਤੇ ਕੀ ਹੈ, ਉਹ ਆਪਣਾ ਕੀ ਕਰਦੇ ਸੀਗੇ, ਵੰਸ਼ਾਂ ਦੇ ਵਿੱਚ ਚੱਲਦੇ ਸੀਗੇ, ਕਹਾਣੀਆਂ ਦੇ ਵਿੱਚ ਚੱਲਦੇ ਸੀਗੇ ਅਤੇ ਹੋਰ ਗੱਲਾਂ ਦੇ ਵਿੱਚ ਲੈ ਕੇ ਉਹਨਾਂ ਨੂੰ ਉਲਝਾ ਦਿੰਦੇ ਸੀਗੇ ਜੀ। ਅੱਜ ਕੱਲ ਜਿਵੇਂ ਆਪਣਾ ਬਹੁਤ ਸਾਰੀਆਂ ਗੱਲਾਂ, ਹਾਂਜੀ ਤੁਸੀਂ ਕਿਹਦੇ ਤੋਂ ਬਪਤਿਸਮਾ ਲਿਆ ਹੈ, ਉਸ ਗੱਲ ਦੇ ਉੱਤੇ ਤੁਸੀਂ ਯਿਸੂ ਦਾ ਬਪਤਿਸਮਾ ਲਿਆ ਹੈ। ਅੱਜ ਕੱਲ ਆਪਣਾ ਬਹੁਤ ਸਾਰੀਆਂ ਅਜਿਹੀਆਂ ਸਿੱਖਿਆ ਆ ਗਈਆਂ ਹੈ ਜੋ ਇਸ ਸਿਧਾਂਤ ਤੋਂ ਪਰੇ ਹੈ। ਕਈ ਲੋਕ ਆਪਣਾ ਇਹ ਕਹਿੰਦੇ ਆ ਜੀ ਅਸੀਂ ਯਹੋਵਾ ਦੇ ਮਗਰ ਚੱਲਣਾ ਹੈ, ਸਾਨੂੰ ਉਹਦੇ ਆਪਣਾ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ, ਸਾਨੂੰ ਵਚਨ ਕੀ ਸਿਖਾ ਰਿਹਾ ਹੈ, ਉਸ ਦੇ ਅਨੁਸਾਰ ਸਾਨੂੰ ਜੀਵਨ ਬਤੀਤ ਕਰਨ ਦੀ ਲੋੜ ਹੈ। ਜੋ ਗੱਲਾਂ ਉਹ ਕਹਿ ਰਹੇ ਹੈ ਉਸ ਨੂੰ ਵਚਨ ਦੇ ਵਿੱਚ ਬੜੇ ਧਿਆਨ ਦੇ ਨਾਲ ਪ੍ਰਾਰਥਨਾ ਸਹਿਤ ਪੁੱਛਣਾ, ਪ੍ਰਭੂ ਦੱਸ ਕੀ ਆ। ਫਿਰ ਲਿਖਤਾਂ ਦੇ ਵਿੱਚ ਜਾਣਾ ਹੈ, ਬਾਈਬਲ ਦੀਆਂ ਲਿਖਤਾਂ ਕੀ ਕਹਿੰਦੀਆਂ। ਜਦ ਤੱਕ ਕਿ ਸਾਨੂੰ ਸਹੀ ਨਹੀਂ ਪਤਾ ਲੱਗਦਾ, ਗਲਤ ਸਿੱਖਿਆ ਦੇ ਉੱਤੇ ਨਾ ਜਾਓ ਜਿਸ ਦੇ ਨਾਲ ਤੁਹਾਡਾ ਵਿਸ਼ਵਾਸ ਭਟਕ ਜਾਏਗਾ। ਤੁਹਾਨੂੰ ਪਤਾ ਹੈ ਸਵਰਗ ਦੇ ਵਿੱਚ ਅਸੀਂ ਜਾਣਾ ਹੈ ਤਾਂ ਉਸ ਜਗ੍ਹਾ ਦੇ ਉੱਤੇ ਪ੍ਰਭੂ ਨੇ ਮੇਰੇ ਜੀਵਨ ਦੇ ਵਿੱਚ ਪ੍ਰਭੂ ਦੇ ਉਸ ਕਲਾਮ ਨੂੰ ਦੇਖਣਾ ਹੈ। ਉੱਥੇ ਇਹ ਨਹੀਂ ਦੇਖਣਾ ਕਿ ਤੂੰ ਯਹੋਵਾ ਦੇ ਵਿੱਚੋਂ ਆਇਆ ਹੈ ਜਾਂ ਤੂੰ ਫਲਾਣੇ ਦੇ ਵਿੱਚੋਂ ਆਇਆ ਹੈ ਜਾਂ ਫਲਾਣੇ ਦੇ ਵਿੱਚੋਂ ਆਇਆ ਜਾਂ ਤੂੰ ਆਪਣਾ ਯਿਸੂ ਦੇ ਨਾਮ 'ਚ ਬਪਤਿਸਮਾ ਲਿਆ। ਪਰਮੇਸ਼ਵਰ ਇੱਕੋ ਹੀ ਆਦੇਸ਼ ਦੇਗਾ, ਕੀ ਤੇਰਾ ਉਦਾਰ ਹੋਇਆ ਹੈ ਯਿਸੂ ਮਸੀਹ ਦੇ ਉੱਤੇ, ਕੀ ਤੇਰੀ ਮੁਕਤੀ ਹੋਈ ਹੈ ਯਿਸੂ ਮਸੀਹ ਦੇ ਉੱਤੇ। ਬੜੀ ਸਾਵਧਾਨੀ ਦੇ ਨਾਲ, ਬੜੇ ਸਾਵਧਾਨੀ ਦੇ ਨਾਲ ਗਲਤ ਸਿੱਖਿਆ ਦੇਣ ਵਾਲਿਆਂ, ਟੁੱਚਰ ਢਾਣ ਵਾਲਿਆਂ ਤੋਂ ਪਾ। ਦੂਸਰੀ ਗੱਲ ਮੈਂ ਆਪ ਨੂੰ ਇਸ ਦੇ ਵਿੱਚ ਸਿਖਾ ਰਿਹਾ ਹਾਂ ਕਿ ਜਿਹੜੇ ਗਲਤ ਸਿੱਖਿਆ ਦਿੰਦੇ ਆ ਉਹਨਾਂ ਨੂੰ ਪਰਮੇਸ਼ਰ ਦਾ ਵਚਨ ਕਹਿੰਦਾ ਉਹ ਸ਼ਰਾਪਿਤ ਹੈ। ਗਲਤ ਸਿੱਖਿਆ ਦੇਣ ਵਾਲੇ ਸਾਵਧਾਨ ਹੋ ਜਾਓ। ਉਹ ਆਪਣਾ ਜਿਹੜੇ ਨਵੇਂ ਪ੍ਰਚਾਰਕ ਉੱਠ ਕੇ ਜੋ ਮਨ ਦੇ ਵਿੱਚ ਆਉਂਦਾ ਬੋਲਦੇ ਆ, ਉਹਨਾਂ ਦੇ ਪ੍ਰਤੀ ਪਰਮੇਸ਼ਰ ਦਾ ਵਚਨ ਸਾਫ਼ ਰੀਤੀ ਨਾਲ ਕਹਿੰਦਾ ਹੈ ਸ਼ਰਾਪਿਤ ਹੈ ਹਰ ਇੱਕ ਜੋ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਗਲਤ ਤਰੀਕੇ ਦੇ ਨਾਲ ਸੁਣਾਉਣ ਦੀ ਕੋਸ਼ਿਸ਼ ਕਰਦਾ। ਮੈਂ ਆਪ ਦੇ ਲਈ ਗਲਾਤੀਆਂ ਦੀ ਪੁਸਤਕ ਉਸ ਦਾ 7 ਅਤੇ 8 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ। ਕਹਿੰਦਾ ਹੈ, ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰ ਕਈ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਵੀ ਦੂਤ ਉਸ ਖੁਸ਼ਖਬਰੀ ਤੋਂ ਜੋ ਬਿਨਾ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸ਼ਰਾਪਤ ਹੋਵੇ। ਪੌਲਸ ਨੂੰ ਬਾਰ-ਬਾਰ ਲਿਖਣ ਦੀ ਕਿਉਂ ਲੋੜ ਪਈ ਹੈ? ਪੌਲਸ ਇੰਨੀ ਜ਼ਿਆਦਾ ਮਿਹਨਤ ਕਰ ਰਿਹਾ ਸੀ ਔਰ ਕਈ ਲੋਕ ਉੱਠੇ ਹੋਏ ਸੀ ਜਿਹੜੀ ਗਲਤ ਸਿੱਖਿਆ ਦੇ ਰਹੇ ਸੀ, ਜਿਨ੍ਹਾਂ ਦੇ ਬਾਰੇ ਬਾਈਬਲ ਦੇ ਵਿੱਚ ਪਹਿਲਾ ਤਿਮੋਥੀਅਸ 19:20 ਆਇਤ ਨੂੰ ਪੜ੍ਹ ਲਿਓ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਗਲਤ ਸਿੱਖਿਆ ਸਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿਸ਼ਵਾਸ ਰੂਪੀ ਜਹਾਜ਼ ਨੂੰ ਉਹਨਾਂ ਨੇ ਡੋਬ ਕੇ ਰੱਖ ਦਿੱਤਾ, ਜਿਨ੍ਹਾਂ ਵਿੱਚੋਂ ਹਿਊਮਸ ਔਰ ਆਪਣਾ ਸਿਕੰਦਰ ਦੇ ਬਾਰੇ ਉਹ ਜ਼ਿਕਰ ਕਰਦਾ ਹੈ। ਇਸ ਲਈ ਪਿਆਰੋ, ਜਦੋਂ ਵੀ ਕੋਈ ਵਚਨ ਤੁਹਾਡੇ ਕੋਲ ਆਉਂਦਾ ਹੈ ਤਾਂ ਪਹਿਲਾਂ ਉਸ ਦੀ ਖੋਜ ਕਰਨੀ ਹੈ, ਸਰਚ ਕਰਨੀ ਹੈ, ਘਰ ਜਾ ਕੇ ਵਚਨ ਦੇ ਅਨੁਸਾਰ, ਲਿਖਤਾਂ ਦੇ ਅਨੁਸਾਰ ਕਿ ਉਹ ਸਹੀ ਹੈ ਜਾਂ ਨਹੀਂ। ਔਰ ਜੋ ਆਪਣਾ ਉਪਦੇਸ਼ਕ ਕੋ ਕਹਿ ਰਿਹਾ ਹੈ ਕਿ ਉਹ ਇਸੇ ਤਰ੍ਹਾਂ ਇਸ ਦੇ ਵਿੱਚ ਹੈ ਜਾਂ ਨਹੀਂ, ਉਸ ਦਾ ਉਦੇਸ਼ ਇਸ ਦੇ ਵਿੱਚ ਇਸੇ ਤਰ੍ਹਾਂ ਹੈ ਜਾਂ ਨਹੀਂ, ਜੋ ਪਰਮੇਸ਼ਵਰ ਨੇ ਕਾਰਜ ਕੀਤਾ ਹੈ, ਜੋ ਉਸਨੇ ਦੱਸਿਆ ਇਸ ਬਾਈਬਲ ਦੇ ਵਿੱਚ ਇਸੇ ਤਰ੍ਹਾਂ ਹੈ ਜਾਂ ਨਹੀਂ। ਜੇ ਇਸ ਤਰ੍ਹਾਂ ਦੀ ਸਿੱਖਿਆ ਨਹੀਂ ਹੈ ਤਾਂ ਬਾਈਬਲ ਕਹਿੰਦੀ ਹੈ ਉਹਨੂੰ ਨਮਸਕਾਰ ਵੀ ਨਾ ਕਰੋ, ਉਹਨੂੰ ਬਾਹਰ ਕੱਢ ਦਿਓ।
ਇਹਦਾ ਮਤਲਬ ਇੱਥੇ ਸਿੱਖਿਆ ਦੇਣ ਵਾਲਿਆਂ ਦੇ ਉੱਤੇ ਬੜੇ ਸਾਫ਼ ਰੀਤੀ ਨਾਲ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਸ਼ਰਾਪਿਤ ਹੈ। ਔਰ ਯਹੋਨਾ ਅਜਿਹੇ ਲੋਕਾਂ ਦੇ ਬਾਰੇ ਕੀ ਕਹਿੰਦਾ ਹੈ? ਜਦੋਂ ਅਸੀਂ ਯਹੋਨਾ ਦੀ ਦੂਸਰੀ ਪੱਤਰੀ ਪੜ੍ਹਦੇ ਹਾਂ ਤਾਂ ਉਸ ਵਿੱਚ ਉਹ ਆਪਣਾ 7 ਤੋਂ ਲੈ ਕੇ 11 ਤੱਕ ਹੈ, ਪਰ ਮੈਂ ਇਹ ਤੁਸੀਂ ਪੜ੍ਹ ਸਕਦੇ ਹੋ ਆਪਣੇ ਸਮੇਂ ਦੇ ਵਿੱਚ, ਪਰ ਮੈਂ ਕੁਝ ਗੱਲਾਂ ਆਪ ਦੇ ਕੋਲ ਆਪਣਾ ਪੜ੍ਹ ਰਿਹਾ ਹਾਂ। ਕਹਿੰਦਾ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਪਰਮੇਸ਼ਰ ਉਹਦੇ ਕੋਲ ਨਹੀਂ। ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹਦੇ ਕੋਲ ਪਿਤਾ ਅਤੇ ਪੁੱਤਰ ਵੀ ਹੈ। ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ, ਕਿਹੜੀ ਸਿੱਖਿਆ? ਕਰੂਸੀਫਿਕੇਸ਼ਨ। ਪਰਮੇਸ਼ਰ ਪਵਿੱਤਰ ਹੈ, ਪਰਮੇਸ਼ਰ ਸਿੱਧ ਹੈ, ਪਰਮੇਸ਼ਰ ਦੀ ਕੋਈ ਮੂਰਤ ਨਹੀਂ ਹੈ, ਉਹਨੂੰ ਕੋਈ ਬਣਾ ਨਹੀਂ ਸਕਦਾ, ਕਿਉਂਕਿ ਪਰਮੇਸ਼ਰ ਸਰਵ ਵਿਆਪੀ ਹੈ। ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ ਮਨਾਓ। ਕਿਉਂ ਕਹਿੰਦਾ ਇਹ ਸੁੱਖ ਨਾ ਮਨਾਓ? ਜੇ ਤੁਸੀਂ ਉਸ ਦੀ ਸੁੱਖ ਮਨਾਉਂਦੇ ਹੋ, ਤੁਸੀਂ ਉਸ ਦੇ ਨਾਲ ਬੈਠਦੇ ਹੋ, ਤਾਂ ਕਹਿੰਦਾ ਹੈ ਕਿਉਂ ਜੋ ਜਿਹੜਾ ਉਸ ਦੀ ਸੁੱਖ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਸਾਂਝੀ ਹੁੰਦਾ, ਗਲਤ ਉਪਦੇਸ਼ ਦਾ ਸਾਂਝੀ ਹੁੰਦਾ ਹੈ। ਇਸ ਲਈ ਪਿਆਰੋ, ਪਰਮੇਸ਼ਰ ਦੇ ਵਚਨ ਦੇ ਵਿੱਚ ਸਾਫ਼ ਰੀਤੀ ਨਾਲ ਕਿਹਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੀ ਖੋਜ ਕਰਦੇ ਰਹਿਣਾ ਹੈ। ਅਸੀਂ ਗਲਤ ਸਿੱਖਿਆ ਦੀ ਪਹਿਚਾਨ ਆਪਣੇ ਵਿੱਚ ਰੱਖ ਕੇ ਗਲਤ ਉਪਦੇਸ਼ਕ ਨੂੰ ਅਸੀਂ ਦਰਕਿਨਾਰ ਕਰਨਾ ਹੈ, ਤਾਂ ਕਿ ਅਸੀਂ ਪਰਮੇਸ਼ਰ ਦੀ ਉਸ ਜਿਉਂਦੀ ਆਸ ਦੇ ਲਈ, ਜਿਸ ਦੇ ਲਈ ਪਰਮੇਸ਼ਰ ਨੇ ਮੈਨੂੰ ਆਪਣੇ ਥਾਂ ਸਵਰਗ ਦੇ ਵਿੱਚ ਸੱਦਿਆ ਹੈ, ਉਹ ਆਸ ਮੇਰੇ ਵਿੱਚ ਬਣੀ ਰਹੇ ਅਤੇ ਮੈਂ ਉਸ ਦੇ ਵਿੱਚ ਵੱਧਦਾ ਜਾਵਾਂ। ਇਹ ਮੇਰੇ ਵਿੱਚ ਹੋਣਾ ਚਾਹੀਦਾ। ਅੰਤਿਮ ਗੱਲ ਦੇ ਵਿੱਚ ਮੈਂ ਜਾਵਾਂਗਾ, ਵਚਨ ਵਿੱਚ ਸਾਡੇ ਵਿੱਚ ਖੋਜ ਦੇ ਨਾਲ ਜਵਾਬ ਦੇਣਾ ਆਉਣਾ ਚਾਹੀਦਾ ਹੈ। ਉਸ ਦੇ ਲਈ ਮੈਂ ਆਪ ਦੇ ਲਈ ਵਚਨ ਪੜ੍ਹ ਰਿਹਾ ਹਾਂ ਜੋ ਬੜਾ ਹੀ ਗੰਭੀਰ ਹੈ। ਪਹਿਲੀ ਗੱਲ, ਅਸੀਂ ਤੀਤੁਸ ਦੀ ਪੁਸਤਕ ਉਸ ਦਾ 1 ਅਧਿਆਇ ਅਤੇ ਉਸ ਦੀ 9 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਤੀਤੁਸ ਦੀ ਪੁਸਤਕ 1 ਦਾ 9 ਵਚਨ ਦੇ ਵਿੱਚ ਪਰਮੇਸ਼ਰ ਦੇ ਵਚਨ ਪੌਲਸ ਨੇ ਸਾਫ਼ ਰੀਤੀ ਨਾਲ ਦੱਸਿਆ। ਇੱਥੇ ਲਿਖਿਆ ਹੈ, ਅਤੇ ਨਿਚਾਯੋਗ ਵਚਨ ਨੂੰ ਜਿਹੜਾ ਇਸ ਸਿੱਖਿਆ ਦੇ ਅਨੁਸਾਰ ਹੈ ਫੜੀ ਰੱਖ ਭਾਈ, ਉਹ ਖਰੀ ਸਿੱਖਿਆ ਦੇ ਨਾਲ ਉਪਦੇਸ਼ ਕਰੇ ਅਤੇ ਟੁੱਚਣ ਢਾਉਣ ਵਾਲਿਆਂ ਨੂੰ ਜਵਾਬ ਦੇ ਸਕੇ, ਕਾਇਲ ਕਰ ਸਕੇ। ਜੇ ਮੈਂ ਹੀ ਨਹੀਂ ਬਾਈਬਲ ਪੜ੍ਹਦਾ, ਮੈਂ ਹੀ ਨਹੀਂ ਖੋਜ ਕਰਦਾ, ਤਾਂ ਮੈਂ ਦੂਸਰਿਆਂ ਨੂੰ ਕੀ ਜਵਾਬ ਦਊਂਗਾ? ਮੈਂ ਦੂਸਰਿਆਂ ਦੇ ਹਾਂਜੀ ਹਾਂਜੀ ਕਰਕੇ ਉਹਨਾਂ ਦੇ ਨਾਲ ਮਿਲ ਕੇ ਆਪਣੇ ਵਿਸ਼ਵਾਸ ਤੋਂ ਭਟਕ ਜਾਵਾਂਗਾ। ਵਿਸ਼ਵਾਸ ਇਸ ਸਮੇਂ ਬਹੁਤ ਸਾਰੇ ਲੋਕ ਉੱਠ ਖੜੇ ਹੈ ਜਿਹੜੇ ਕਿ ਸਾਨੂੰ ਇਸ ਸਿੱਖਿਆ ਤੋਂ ਭਟਕਾਉਣ ਦੇ ਲਈ, ਸਾਡੇ ਮਕਸਦ ਤੋਂ ਸਾਨੂੰ ਦੂਰ ਕਰਨ ਦੇ ਲਈ, ਸਾਡੀ ਜਿਉਂਦੀ ਆਸ ਤੋਂ ਸਾਨੂੰ ਅਲੱਗ ਕਰਨ ਦੇ ਲਈ ਉੱਠ ਖੜੇ ਆ। ਉਹਨਾਂ ਤੋਂ ਬੜੇ ਸਾਵਧਾਨੀ ਨਾਲ ਰਹਿਣਾ ਹੈ, ਕਿਉਂਕਿ ਇੱਥੇ ਪਰਮੇਸ਼ਰ ਦਾ ਵਚਨ ਸਾਫ਼ ਰੀਤੀ ਨਾਲ ਮੈਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰ ਰਿਹਾ ਹੈ। ਦੂਸਰਾ, ਪਹਿਲਾ ਪਤਰਸ ਉਸ ਦਾ 3 ਅਧਿਆਇ ਦੀ 15 ਆਇਤ ਨੂੰ ਪੜ੍ਹਨਾ ਹੈ। ਇੱਥੇ ਲਿਖਿਆ ਹੈ, ਸਗੋਂ ਮਸੀਹ ਨੂੰ ਪ੍ਰਭੂ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ, ਜਿਹੜੀ ਤੁਹਾਨੂੰ ਆਸ ਹੈ। ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ, ਉੱਤਰ ਦੇਣ ਨੂੰ ਸਦਾ ਤਿਆਰ ਰਹੋ। ਜੇ ਮੈਂ ਪੜ੍ਹਦਾ ਤਾਂ ਮੈਂ ਉੱਤਰ ਦੇ ਸਕਦਾ, ਜੇ ਮੈਂ ਖੋਜ ਨਹੀਂ ਕਰਦਾ ਤਾਂ ਤੇ ਮੈਂ ਉਸ ਦੀ ਉੱਤੇ ਧਿਆਨ ਨਹੀਂ ਦਿੰਦਾ ਤਾਂ ਕਦੇ ਵੀ ਮੈਂ ਕਿਸੇ ਨੂੰ ਸਹੀ ਉੱਤਰ ਨਹੀਂ ਦਿੰਦਾ। ਕਈ ਬੰਦੇ ਮੂੰਹ ਬੰਦ ਕਰਕੇ ਆ ਕੇ ਮੈਨੂੰ ਪੁੱਛਦੇ ਆ, ਭਾਜੀ ਇਹਦਾ ਕੀ ਉੱਤਰ ਹੋਊਗਾ, ਇਹਦਾ ਮਤਲਬ ਕੀ ਹੈ? ਉਹ ਆਪ ਖੋਜ ਨਹੀਂ ਕਰਦੇ, ਆਪ ਉਹਦੇ ਉੱਤੇ ਧਿਆਨ ਨਹੀਂ ਕਰਦੇ, ਇਸ ਕਰਕੇ ਉਹਨਾਂ ਨੂੰ ਜਵਾਬ ਦੇਣਾ ਨਹੀਂ ਆਉਂਦਾ। ਔਰ ਇਸ ਯੁੱਗ ਦਾ ਈਸ਼ਵਰ ਉਹਨਾਂ ਨੂੰ ਗਲਤ ਕਰਕੇ ਭਟਕਾ ਦਿੰਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਜੀ ਇਸ ਦੁਨੀਆ ਦੇ ਵਿੱਚ ਸਨ ਤਾਂ ਉਹਨਾਂ ਨੇ ਕੀ ਕੀਤਾ ਸੀਗਾ? ਮੈਂ ਉਹ ਵੀ ਆਪ ਨੂੰ ਦੱਸਣਾ ਚਾਹੁੰਦਾ ਹਾਂ। ਮਰਕੁਸ ਦੀ ਅੰਜੀਲ 9 ਦਾ 50 ਇੱਥੇ ਲਿਖਿਆ ਹੈ, ਲੂਣ ਅੱਛਾ ਹੈ ਪਰ ਲੂਣ ਬੇਸਵਾਦਾ ਹੋ ਜਾਏ, ਤੁਸੀਂ ਉਸ ਨੂੰ ਕਿਸ ਨਾਲ ਸਵਾਦ ਕਰੋਗੇ? ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਏ ਨਾਲ ਮਿਲੇ ਰਹੋ। ਲੂਣ ਮਤਲਬ ਪਰਮੇਸ਼ਰ ਦਾ ਵਚਨ। ਜੇ ਵਚਨ ਹੀ, ਮੈਂ ਹੁਣ ਕਈ ਲੋਕਾਂ ਨੂੰ ਜਾ ਕੇ ਪੁੱਛਦਾ, ਤੁਹਾਨੂੰ ਕਿੰਨੇ ਕੁ ਵਚਨ ਯਾਦ ਹੈ? ਨਹੀਂ, ਕਈਆਂ ਨੂੰ ਯਾਦ ਹੈ, ਪਰ ਕੀ ਉਹਨਾਂ ਵਚਨ ਜਿਹੜੇ ਤੁਹਾਨੂੰ ਯਾਦ ਹੈ ਉਸ ਦਾ ਮਕਸਦ ਪਤਾ ਹੈ? ਉਸ ਦਾ ਅਰਥ ਪਤਾ ਹੀ ਨਹੀਂ।
ਕਾਰਨ ਉਹ ਇਹ ਜੋ ਸਰੀਰ ਪਰਮੇਸ਼ਵਰ ਨੇ ਦਿੱਤਾ ਹੈ, ਇਸ ਵਿੱਚ ਜੋ ਪਰਮੇਸ਼ਵਰ ਦੇ ਆਤਮਾ ਦਾ ਅੰਸ਼ ਹੈ, ਉਸ ਦੇ ਪ੍ਰਤੀ ਉਸ ਤਰਕ ਨਹੀਂ, ਉਸ ਦੇ ਪ੍ਰਤੀ ਉਹ ਗੰਭੀਰ ਨਹੀਂ। ਇਸ ਸਰੀਰ ਨੂੰ ਸੰਸਾਰਿਕ ਵਸਤਾਂ ਦੇ ਨਾਲ ਉਸਨੇ ਆਪਣੇ ਆਪ ਨੂੰ ਉਹਨਾਂ ਨੇ ਬਣਾਇਆ ਹੋਇਆ ਹੈ, ਪਰ ਪਰਮੇਸ਼ਵਰ ਦੀ ਆਤਮਿਕ ਗੱਲਾਂ ਦੇ ਨਾਲ ਇਸ ਨੂੰ ਸੁਸੱਜਿਤ ਨਹੀਂ ਕੀਤਾ। ਕਿਉਂਕਿ ਪਰਮੇਸ਼ਵਰ ਦੇ ਵਚਨ ਸਿਖਾਉਣ ਵਾਲੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਨਹੀਂ, ਭੌਤਿਕ ਗੱਲਾਂ ਦੇ ਉੱਤੇ ਲਾ ਕੇ ਰੱਖਦੇ। ਮੇਰੇ ਕੋਲ ਭੌਤਿਕ ਗੱਲਾਂ ਨਹੀਂ, ਆਤਮਿਕ ਗੱਲਾਂ ਹੋਣਗੀਆਂ, ਜਿਸ ਦੇ ਨਾਲ ਜਦੋਂ ਪ੍ਰਭੂ ਆਵੇਗਾ, ਜਦੋਂ ਤੁਸੀਂ ਇਸ ਦੁਨੀਆ ਤੇ ਜਾਓਗੇ ਤਾਂ ਇਸ ਆਤਮਿਕਤਾ ਦੇ ਨਾਲ ਹੀ ਤੁਸੀਂ ਜੁੜੇ ਰਹੋਗੇ ਔਰ ਪਰਮੇਸ਼ਵਰ ਦੇ ਨਾਲ ਗੱਲਾਂ। ਇਸ ਯੁੱਗ ਦਾ ਈਸ਼ਵਰ ਪ੍ਰਭੂ ਯਿਸੂ ਮਸੀਹ ਦੇ ਨਾਲ ਵਾਰਤਾਲਾਪ ਕਰਦਾ ਰਿਹਾ ਔਰ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਨੇ ਵਚਨ ਤੋਂ ਗੱਲਾਂ ਕੀਤੀਆਂ। ਤੁਸੀਂ ਸੋਚੋ ਉਹ ਕਿੰਨਾ ਸਾਵਧਾਨ ਅਤੇ ਕਿੰਨਾ ਜ਼ਿਆਦਾ ਪਰਮੇਸ਼ਵਰ ਦੇ ਵਚਨ ਦੇ ਨਾਲ ਸਜਗ ਹੈ ਕਿ ਸਾਨੂੰ ਗਲਤ ਵਚਨ ਦੇ ਨਾਲ ਪਰਮੇਸ਼ਵਰ ਦੇ ਉਦੇਸ਼ ਤੋਂ ਭਟਕਾ ਦੇਵੇ। ਇਸ ਲਈ ਬੜੀ ਸਾਵਧਾਨੀ ਦੇ ਨਾਲ ਪਰਮੇਸ਼ਵਰ ਦੇ ਵਚਨ ਦੀ ਖੋਜ ਕਰਨੀ ਹੈ, ਜਿਸ ਤਰ੍ਹਾਂ ਬੀਰੀਆ ਦੇ ਲੋਕਾਂ ਨੇ ਕੀਤੀ ਹੈ। ਇੱਕ ਵਚਨ ਹੋਰ ਮੈਂ ਪੜ੍ਹ ਰਿਹਾ ਹਾਂ, ਅਫਸੀਆਂ ਦੀ ਪੁਸਤਕ 4:29। ਅਫਸੀਆਂ ਦੀ ਪੁਸਤਕ 4:29। ਇੱਥੇ ਲਿਖਿਆ ਹੈ, ਕੋਈ ਗੰਦੀ ਗੱਲ ਤੁਹਾਡੇ ਮੂੰਹ ਤੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ। ਭਾਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। ਤੁਹਾਡੇ ਵਚਨ ਦੇ ਨਾਲ ਲੋਕ ਬਚ ਜਾਣੇ ਚਾਹੀਦੇ ਹੈ। ਤੁਹਾਡੇ ਵਚਨ ਦੇ ਨਾਲ ਲੋਕਾਂ ਦੇ ਵਿੱਚ ਬੇਦਾਰੀ ਆ ਜਾਣੀ ਚਾਹੀਦੀ ਹੈ। ਤੁਹਾਡੇ ਵਚਨ ਦੇ ਨਾਲ ਪਰਮੇਸ਼ਰ ਦੇ ਭੇਤ ਤੁਹਾਡੇ ਵਿੱਚ ਖੁੱਲ੍ਹ ਕੇ ਦੂਸਰਿਆਂ ਦੇ ਲਈ ਉન્નਤੀ ਦਾ ਕਾਰਨ ਬਣਨੇ ਚਾਹੀਦੇ ਹੈ। ਇਸ ਲਈ ਬੀਰੀਆ ਦੇ ਲੋਕ ਵਚਨ ਦੀ ਅਤੇ ਲਿਖਤਾਂ ਦੀ ਭਾਲ ਕਰਦੇ ਸੀ ਅਤੇ ਕਲੀਸਿਆ ਦਿਨੋਂ ਦਿਨ ਵਧਦੀ ਜਾਂਦੀ ਸੀ। ਪਤਰਸ ਅਤੇ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਇਹ ਖੋਜ ਕੀਤੀ ਔਰ ਇਸ ਖੋਜ ਦੇ ਨਾਲ ਉਹਦਾ ਅਸਰ ਸਾਨੂੰ ਇਸ ਬਾਣੀ ਦੇ ਨਾਲ ਦਿੱਤਾ ਹੈ। ਇਸ ਲਈ ਇਹ ਬਾਣੀ ਸੰਪੰਨ ਹੈ, ਪੂਰੀ ਤਰ੍ਹਾਂ ਨਾਲ ਸੰਪੰਨ ਹੈ। ਇਸ ਵਿੱਚ ਅਸੀਂ ਨਾ ਕੁਝ ਜੋੜ ਸਕਦੇ ਹਾਂ, ਨਾ ਇਸ ਵਿੱਚ ਕੁਝ ਰਲਾ ਸਕਦੇ ਹਾਂ, ਨਾ ਅਸੀਂ ਇਸ ਵਚਨ ਦੇ ਵਿੱਚੋਂ ਕੁਝ ਗੱਲਾਂ ਕੱਢ ਸਕਦੇ ਹਾਂ, ਕਿਉਂਕਿ ਇਹ ਵਚਨ ਸੰਪੂਰਨ ਹੈ ਔਰ ਸੰਪੂਰਨਤਾ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਸੁਰੱਖਿਅਤ ਕਰ ਸਕੀਏ। ਜਿਸ ਤਰ੍ਹਾਂ ਉਹ ਧਨੀ ਦੇ ਕੋਲ ਇਹ ਪੁਸਤਕਾਂ ਸੀ, ਧਨੀ ਦੇ ਘਰ ਦੇ ਵਿੱਚ ਕਿਤਾਬਾਂ ਸੀ, ਧਨੀ ਦੇ ਘਰ ਦੇ ਵਿੱਚ ਵਚਨ ਸੀ, ਪਰ ਉਹਨਾਂ ਨੇ ਖੋਜ ਨਹੀਂ ਕੀਤੀ ਔਰ ਅੰਤ ਉਹ ਆਪਣੀ ਉਸ ਆਸ ਤੋਂ ਲਾਂਭੇ ਹੋ ਗਏ। ਉਹ ਆਪਣਾ ਉਸ ਬਲਦੀ ਹੋਈ ਅੱਗ ਦੇ ਵਿੱਚ ਚਲੇ ਗਏ। ਵਚਨ ਉਹਨਾਂ ਕੋਲ ਵੀ ਸੀ, ਵਚਨ ਉਹਨਾਂ ਦੇ ਘਰ ਦੇ ਵਿੱਚ ਵੀ ਸੀ, ਪਰ ਉਹਨਾਂ ਨੇ ਉਸ ਵਚਨ ਦਾ ਸਹੀ ਅਨੁਸਰਨ ਨਹੀਂ ਕੀਤਾ। ਪਿਆਰੋ, ਪ੍ਰਭੂ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਆਪ ਨੂੰ ਜ਼ਿੰਦਗੀ ਦਿੱਤੀ ਹੈ। ਬੜੀ ਸਾਵਧਾਨੀ ਦੇ ਨਾਲ ਪਰਮੇਸ਼ਰ ਦੇ ਵਚਨ ਦੀ ਖੋਜ ਕਰਦੇ ਹੋਏ, ਅਨੁਸਰਨ ਕਰਦੇ ਹੋਏ ਉਸ ਜਿਉਂਦੀ ਆਸ ਵਿੱਚ ਵਧਦੇ ਜਾਓ ਜਿਸ ਦੇ ਲਈ ਪਰਮੇਸ਼ਰ ਨੇ ਆਪ ਨੂੰ ਚੁਣਿਆ ਹੈ। ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ। ਇਸ ਉਦੇਸ਼ ਤੋਂ ਭਟਕ ਨਾ ਜਾਇਓ। ਇਸ ਦੁਨੀਆਦਾਰੀ ਦੀਆਂ ਗੱਲਾਂ ਦੇ ਵਿੱਚ ਲੱਗ ਕੇ ਆਪਣੀ ਜਿਉਂਦੀ ਆਸ ਨੂੰ ਆਪਣੇ ਵਿੱਚ ਦਰਕਿਨਾਰ ਨਾ ਕਰ ਦਿਓ, ਬਲਕਿ ਪਰਮੇਸ਼ਰ ਦੀ ਜਿਉਂਦੀ ਆਸ ਨੂੰ ਅਤੇ ਉਸ ਆਤਮਿਕਤਾ ਦੇ ਮਾਹੌਲ ਦੇ ਵਿੱਚ, ਆਤਮਿਕਤਾ ਦੇ ਆਪਣਾ ਉਸ ਅਦਾਰੇ ਦੇ ਵਿੱਚ ਰਹਿ ਕੇ ਦਿਨ ਪ੍ਰਤੀ ਦਿਨ ਪਰਮੇਸ਼ਰ ਦੇ ਵਚਨ ਵਿੱਚ ਵਧਦੇ ਜਾਓ, ਤਾਂ ਕਿ ਪਰਮੇਸ਼ਰ ਦੀ ਭਲੀ ਅਤੇ ਮਨ ਭਾਉਂਦੀ ਇੱਛਾ ਕੀ ਹੈ ਤੁਸੀਂ ਜਾਣਦੇ ਰਹੋ ਔਰ ਉਸ ਦੇ ਵਿੱਚੋਂ ਜਾਣਦੇ ਹੋਏ ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਵਿੱਚ ਜੋ ਉਦੇਸ਼ ਹੈ ਉਹ ਪੂਰਾ ਹੁੰਦਾ ਜਾਵੇ ਔਰ ਪਰਮੇਸ਼ਰ ਦੀ ਆਸ਼ੀਸ਼ ਤੁਹਾਡੇ ਵਿੱਚ ਉਹਦਾ ਵਚਨ ਬਣੇ। ਅਜਿਹਾ ਹੋਣ ਦੇ ਲਈ ਪਰਮੇਸ਼ਰ ਸਾਡੀ ਸਭਨਾਂ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।